ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਅਵਤਾਰ ਸਿੰਘ ਗਿੱਲ। ਗੱਲ ਕਰ ਲਈਏ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ, ਕੀ ਕੁਝ ਚੱਲ ਰਿਹਾ ਹੈ। ਤੁਹਾਡੇ ਸਨਮੁਖ ਕਰਦੇ ਹਾਂ ਕੁਝ ਅਹਿਮ ਖਬਰਾਂ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਚਰਚਾ ਕਰਨੀ ਬਣਦੀ ਵੀ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਇੱਕ ਵਾਰ ਪੰਜਾਬ ਦੇ ਵਿੱਚ ਦੁਬਾਰਾ ਤੋਂ ਇਤਿਹਾਸ ਦੁਹਰਾਉਣ ਦਾ ਜਿਹੜਾ ਖਦਸ਼ਾ ਹੈ ਜ਼ਾਹਿਰ ਕੀਤਾ ਗਿਆ। ਕਿਸ ਵੱਲੋਂ ਜ਼ਾਹਿਰ ਕੀਤਾ ਗਿਆ ਇਸ ਬਾਰੇ ਵੀ ਗੱਲਬਾਤ ਕਰਾਂਗੇ। ਤਾਂ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਉਹਨਾਂ ਦਾ ਪੱਤਾ ਉਹਨਾਂ ਦੇ ਉੱਤੇ ਹੀ ਵਾਪਸ ਚੱਲ ਦਿੱਤਾ ਬੀਜੇਪੀ ਨੇ, ਤਾਂ ਉਸ ਦੀ ਵੀ ਗੱਲ ਕਰਾਂਗੇ। ਨਾਲ ਹੀ ਭਗਵੰਤ ਮਾਨ ਸਰਕਾਰ ਅਧਿਆਪਕਾਂ ਦੇ ਲਈ ਇੱਕ ਵੱਡਾ ਫੈਸਲਾ ਲੈਣ ਜਾ ਰਹੀ ਆ। ਉਹ ਫੈਸਲਾ ਵੀ ਤੁਹਾਨੂੰ ਦੱਸਾਂਗੇ ਕਿ ਕੀ ਫੈਸਲਾ ਜਿਹੜਾ ਅਧਿਆਪਕਾਂ ਦੇ ਲਈ ਭਗਵੰਤ ਮਾਨ ਸਰਕਾਰ ਵੱਲੋਂ ਲਿਆ ਜਾਣਾ। ਤਾਂ ਦੂਜੇ ਪਾਸੇ ਜਿੱਥੇ ਇੱਕ ਵਾਰ ਦੂਜੀਆਂ ਪਾਰਟੀਆਂ ਦੇ ਉੱਤੇ ਸਵਾਲ ਉਠਾਉਂਦੇ ਨਜ਼ਰ ਆਏ ਸੀ ਆਮ ਆਦਮੀ ਪਾਰਟੀ ਦੇ ਲੋਕ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਇਹਨਾਂ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਲੇਕਿਨ ਉਹਨਾਂ ਦੇ ਵਿਧਾਇਕ ਕੀ ਕਰ ਰਹੇ ਨੇ, ਉਹਨਾਂ ਦਾ ਵਤੀਰਾ ਕੀ ਹੈ ਪੁਲਿਸ ਦੇ ਨਾਲ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ, ਉਸ ਬਾਰੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਮਨੀਸ਼ ਤਿਵਾੜੀ ਦੇ ਇੱਕ ਟਵੀਟ ਦੀ। ਉਹਨਾਂ ਵੱਲੋਂ ਇੱਕ ਟਵੀਟ ਕੀਤਾ ਗਿਆ, ਤੁਹਾਨੂੰ ਟਵੀਟ ਵੀ ਦਿਖਾਉਂਦੇ ਹਾਂ। ਇਹ ਟਵੀਟ ਮਨੀਸ਼ ਤਿਵਾੜੀ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਇੱਕ ਵਾਰ ਫੇਰ ਤੋਂ ਇਤਿਹਾਸ ਦੁਹਰਾਇਆ ਜਾਣਾ। ਤਾਂ ਇਸ ਟਵੀਟ ਦੇ ਮਾਇਨੇ ਕੀ ਨੇ, ਇਤਿਹਾਸ ਕਿਸ ਤਰ੍ਹਾਂ ਦੇ ਨਾਲ ਦੁਹਰਾਇਆ ਜਾਣਾ, ਉਹ ਵੀ ਗੱਲਬਾਤ ਕਰ ਲੈਂਦੇ ਹਾਂ। ਦੱਸਦੇ ਹਾਂ ਤੁਹਾਨੂੰ ਕਿ ਆਖਿਰ ਉਹਨਾਂ ਨੇ ਖਦਸ਼ਾ ਕੀ ਜ਼ਾਹਿਰ ਕੀਤਾ। ਮਨੀਸ਼ ਤਿਵਾੜੀ ਵੱਲੋਂ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਆ ਉਸ ਨੂੰ ਭੰਗ ਕੀਤਾ ਜਾ ਸਕਦਾ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ 80ਵੇਂ ਦਹਾਕੇ ਦੇ ਵਿੱਚ ਜਦੋਂ ਭਾਰਤ ਦੇ ਵਿੱਚ ਕਾਂਗਰਸ ਦਾ ਰਾਜ ਸੀ ਔਰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਤਾਂ ਉਸ ਵੇਲੇ ਵੀ ਇਸ ਤਰ੍ਹਾਂ ਦੇ ਹੀ ਹਾਲਾਤ ਬਣੇ ਸੀ ਜੋ ਹਾਲਾਤ ਅੱਜ ਦੀ ਤਰੀਕ ਦੇ ਵਿੱਚ ਬਣੇ ਹੋਏ ਨੇ। ਜਿਸ ਤਰ੍ਹਾਂ ਦੇ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਅੱਜ ਦੀ ਡੇਟ ਦੇ ਵਿੱਚ ਹੋ ਰਹੀਆਂ ਨੇ ਪੰਜਾਬ ਦੇ ਵਿੱਚ, ਇਸੇ ਤਰ੍ਹਾਂ ਦੇ ਹਾਲਾਤ 1980 ਦੇ ਦਹਾਕੇ ਦੇ ਵਿੱਚ ਬਣੇ ਸੀ। ਤਾਂ ਉਸ ਵੇਲੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਮੁੱਖ ਮੰਤਰੀ ਦਰਬਾਰਾ ਸਿੰਘ ਸੀ। ਲੇਕਿਨ 1980 ਦੇ ਵਿੱਚ ਸਰਕਾਰ ਬਣਦੀ ਹੈ ਔਰ 1983 ਦੇ ਵਿੱਚ ਇੱਕ ਹਾਦਸਾ ਵਾਪਰਦਾ ਕਪੂਰਥਲਾ ਦੇ ਨੇੜੇ। ਤਾਂ ਉੱਥੇ ਕੁੱਲ 14 ਹਿੰਦੂ ਵਿਅਕਤੀਆਂ ਨੂੰ ਬੱਸ ਤੋਂ ਉਤਾਰ ਕੇ ਮਾਰ ਦਿੱਤਾ ਜਾਂਦਾ ਹੈ, ਜੋ ਕਿ ਕਿਹਾ ਗਿਆ ਸੀ ਕਿ ਇਹਨਾਂ ਨੂੰ ਅੱਤਵਾਦੀਆਂ ਵੱਲੋਂ ਮਾਰ ਦਿੱਤਾ ਗਿਆ। ਲੇਕਿਨ ਉਸ ਦੇ ਵਿੱਚ ਕਿਸੇ ਵੀ ਜਥੇਬੰਦੀ ਨੇ ਇਸ ਚੀਜ਼ ਦੀ ਜ਼ਿੰਮੇਵਾਰੀ ਨਹੀਂ ਲਈ ਸੀ। ਲੇਕਿਨ ਉਸ ਤੋਂ ਬਾਅਦ ਇੰਦਰਾ ਗਾਂਧੀ ਵੱਲੋਂ ਤਤਕਾਲੀ ਹੀ ਐਕਸ਼ਨ ਕਰਦੇ ਹੋਏ ਦੇਸ਼ ਦੇ ਵਿੱਚ ਆਪਣਾ ਰਾਜ ਹੁੰਦੇ ਹੋਏ ਪੰਜਾਬ ਦੀ ਕਾਂਗਰਸ ਦੀ ਸਰਕਾਰ, ਜੋ ਕਿ ਦਰਬਾਰਾ ਸਿੰਘ ਦੇ ਨੇਤਰਤਵ ਵਿੱਚ ਚੱਲ ਰਹੀ ਸੀ, ਜਿਹਨੂੰ ਲੀਡ ਕਰ ਰਹੇ ਸੀ ਦਰਬਾਰਾ ਸਿੰਘ, ਉਹ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਸੀ ਔਰ ਇੱਥੇ ਐਮਰਜੈਂਸੀ ਲਗਾ ਦਿੱਤੀ ਗਈ ਸੀ। ਤਾਂ ਮਨੀਸ਼ ਤਿਵਾੜੀ ਵੱਲੋਂ ਇਹ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਇੱਕ ਵਾਰ ਫਿਰ ਤੋਂ ਜਿਹੜਾ ਇਤਿਹਾਸ ਹੈ ਸ਼ਾਇਦ ਉਹ ਦੁਹਰਾਇਆ ਜਾਏਗਾ, ਕਿਉਂਕਿ ਜੋ ਘਟਨਾਵਾਂ ਵਾਪਰ ਰਹੀਆਂ ਨੇ, ਜਿਸ ਤਰ੍ਹਾਂ ਦੇ ਨਾਲ ਇੰਟੈਲੀਜੈਂਸ ਦੇ ਹੈੱਡਕੁਆਟਰ ਦੇ ਉੱਤੇ RPG ਫਾਇਰ ਕੀਤਾ ਜਾਂਦਾ ਹੈ, ਜਾਂ ਫਿਰ ਜਿਸ ਤਰ੍ਹਾਂ ਦੇ ਨਾਲ ਅੱਤਵਾਦੀ ਗਤੀਵਿਧੀਆਂ ਦਾ ਜਿਹੜਾ ਪਰਦਾਫਾਸ਼ ਹੁੰਦਾ ਹੈ, ਜਾਂ ਫਿਰ RDX ਦੀ ਬਰਾਮਦਗੀ ਹੁੰਦੀ ਹੈ, ਤਾਂ ਅਜਿਹੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ, ਜੋ ਹਾਲਾਤ ਬਣ ਰਹੇ ਨੇ, ਉਹਨਾਂ ਵੱਲੋਂ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਇੱਕ ਵਾਰ ਫਿਰ ਤੋਂ ਜਿਹੜਾ ਇਤਿਹਾਸ ਹੈਗਾ ਉਸ ਨੂੰ ਦੁਹਰਾਉਣ ਜਾ ਰਹੀ ਹੈ ਬੀਜੇਪੀ। ਖੈਰ, ਉਹਨਾਂ ਦੇ ਇਸ ਤੱਥ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਫਿਰ ਕਿੰਨੇ ਕੁ ਮਜ਼ਬੂਤ ਉਹਨਾਂ ਨੇ ਇਹ ਪੱਖ ਆਪਣਾ ਰੱਖਿਆ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੇਕਿਨ ਉਹਨਾਂ ਵੱਲੋਂ ਖਦਸ਼ਾ ਜ਼ਰੂਰ ਜ਼ਾਹਿਰ ਕੀਤਾ ਗਿਆ। ਤਾਂ ਹੁਣ ਗੱਲ ਕਰ ਲੈਂਦੇ ਹਾਂ ਕਿ ਭਗਵੰਤ ਮਾਨ ਸਰਕਾਰ ਦੀ। ਭਗਵੰਤ ਮਾਨ ਸਰਕਾਰ ਜਿੱਥੇ ਇੱਕ ਪਾਸੇ ਐਲਾਨ ਤੇ ਐਲਾਨ ਕਰ ਰਹੀ ਹੈ, ਉੱਥੇ ਹੀ ਇੱਕ ਹੋਰ ਵੱਡਾ ਐਲਾਨ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਟ੍ਰੇਨਿੰਗ ਦੇ ਲਈ ਯੂਰਪ ਭੇਜਿਆ ਜਾਣਾ। ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਆਖਿਰ ਅਜਿਹੀ ਕਿਹੜੀ ਬਿਪਤਾ ਆ ਗਈ ਕਿ ਜਿਹੜੇ ਇੱਥੋਂ ਦੇ ਪੜ੍ਹੇ ਹੋਏ ਅਧਿਆਪਕ ਹੈਗੇ ਨੇ, ਜਿਹੜੇ ਪੇਪਰ ਦੇ ਕੇ UGC ਨੈਟ ਪਾਸ ਕਰਕੇ TET ਪਾਸ ਕਰਕੇ ਉਹ ਅਧਿਆਪਕ ਭਰਤੀ ਹੋਏ ਨੇ, ਆਖਿਰ ਉਹਨਾਂ ਨੂੰ ਯੂਰਪ ਕਿਸ ਗੱਲ ਦੇ ਲਈ ਭੇਜਿਆ ਜਾਣਾ। ਤਾਂ ਕਿਤੇ ਨਾ ਕਿਤੇ ਖਜ਼ਾਨੇ ਦੇ ਉੱਤੇ ਵੱਡਾ ਬੋਝ ਪਾਉਣ ਵਾਲੀ ਜਿਹੜੀ ਗੱਲ ਹੈਗੀ ਆ ਉਹ ਕੀਤੀ ਗਈ ਆ ਭਗਵੰਤ ਮਾਨ ਸਾਹਿਬ ਵੱਲੋਂ। ਉੱਥੇ ਹੀ ਸੋਸ਼ਲ ਮੀਡੀਆ ਤੇ ਕੁਝ ਲੋਕ ਨਸੀਹਤ ਦਿੰਦੇ ਵੀ ਨਜ਼ਰ ਆ ਰਹੇ ਨੇ
ਕਿਉਂਕਿ ਇਹ ਜਿਹੜਾ ਸਵਾਲ ਹੈਗਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਆ ਰਿਹਾ ਹੈ ਔਰ ਤੇਜ਼ੀ ਦੇ ਨਾਲ ਫੈਲ ਵੀ ਰਿਹਾ ਹੈ। ਤਾਂ ਗੱਲ ਕਰ ਰਹੀ ਹੈ, ਲੋਕ ਨਸੀਹਤ ਦਿੰਦੇ ਨਜ਼ਰ ਆ ਰਹੇ ਨੇ ਕਿ ਦਿੱਲੀ ਦੇ ਅਧਿਆਪਕ ਤੁਹਾਡੇ ਯੂਰਪ ਤੋਂ ਸਿੱਖ ਕੇ ਆਏ ਨੇ, ਉਹਨਾਂ ਦੀ ਡਿਊਟੀ ਕਿਉਂ ਨਹੀਂ ਲਗਾਈ ਜਾਂਦੀ ਕਿ ਉਹ ਪੰਜਾਬ ਦੇ ਅਧਿਆਪਕਾਂ ਨੂੰ ਉਹ ਸਾਰੀਆਂ ਗੱਲਾਂ ਸਿਖਾਉਣ ਜੋ ਉਹਨਾਂ ਨੇ ਯੂਰਪ ਤੋਂ ਸਿੱਖੀਆਂ ਨੇ। ਤਾਂ ਕਿਤੇ ਨਾ ਕਿਤੇ ਇੱਕ ਮਜ਼ਾਕ ਦਾ ਪਾਤਰ ਵੀ ਬਣ ਰਹੇ ਨੇ ਭਗਵੰਤ ਮਾਨ, ਲੇਕਿਨ ਇਹ ਫੈਸਲਾ ਲਿਆ ਜਾਣਾ, ਇਸ ਫੈਸਲੇ ਦੇ ਵਿੱਚ ਕਿੰਨੀ ਕੁ ਅਸਲੀਅਤ ਹੈ ਜਾਂ ਫਿਰ ਇਹ ਵੀ ਇੱਕ ਦੂਜੇ ਐਲਾਨਾਂ ਦੀ ਤਰ੍ਹਾਂ ਐਲਾਨ ਹੀ ਰਹੇਗਾ, ਇਹ ਵੱਖਰੀ ਗੱਲ ਹੈ। ਹੁਣ ਗੱਲ ਕਰ ਲੈਂਦੇ ਹਾਂ ਅਰਵਿੰਦ ਕੇਜਰੀਵਾਲ ਦੀ। ਅਰਵਿੰਦ ਕੇਜਰੀਵਾਲ ਵੱਲੋਂ ਬੀਜੇਪੀ ਦੇ ਇੱਕ ਮਾਮੂਲੀ ਪਿਆਦੇ ਨੂੰ ਮਾਤ ਦੇਣ ਦੇ ਲਈ ਪੰਜਾਬ ਪੁਲਿਸ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀ ਤੱਕ ਡਿਟੇਨ ਕਰ ਲਿੱਤੇ ਜਾਂਦੇ ਨੇ ਦਿੱਲੀ ਤੇ ਹਰਿਆਣਾ ਦੇ ਵਿੱਚ। ਲੇਕਿਨ ਹੁਣ ਉਹੀ ਪੱਤਾ, ਉਹੀ ਸ਼ਹਿ ਮਾਤ ਬੀਜੇਪੀ ਨੇ ਅਰਵਿੰਦ ਕੇਜਰੀਵਾਲ ਨੂੰ ਦੇ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਜਗਮੋਹਨ ਰਾਜੂ ਜੋ ਕਿ ਬੀਜੇਪੀ ਦੇ ਲੀਡਰ ਨੇ ਔਰ ਅੰਮ੍ਰਿਤਸਰ ਤੋਂ ਚੋਣ ਵੀ ਲੜਵਾਈ ਗਈ ਸੀ ਉਹਨਾਂ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਹਿਸਾਰ ਦੀ ਰੈਲੀ ਦੇ ਵਿੱਚ ਜਦੋਂ ਚੋਣਾਂ ਸੀ ਤਾਂ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਜੋ ਕਿ ਇੱਕ ਵੱਡਾ ਅਹੁਦਾ ਹੈ ਦੇਸ਼ ਦਾ, ਇੱਕ ਸਨਮਾਨਿਤ ਅਹੁਦਾ ਹੈਗਾ, ਉਹਨਾਂ ਦੇ ਲਈ ਦੇਸ਼ ਧਰੋਹੀ ਦੇ ਸ਼ਬਦ ਨੇ ਜਿਹੜੇ ਉਹ ਅਰਵਿੰਦ ਕੇਜਰੀਵਾਲ ਨੇ ਵਰਤੇ ਨੇ। ਅਤੇ ਨਾਲ ਹੀ ਉਹਨਾਂ ਨੇ ਵੱਡੇ ਦੋਸ਼ ਲਗਾਉਂਦੇ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਸ ਸਮੇਂ ਫੌਜ ਨੂੰ ਵੀ ਸੰਬੋਧਨ ਕਰਦੇ ਕਿਹਾ ਕਿ ਭਾਰਤ ਦੀ ਫੌਜ ਦੇ ਉੱਤੇ ਅੱਤਵਾਦੀ ਬਿਠਾ ਦਿੱਤੇ ਗਏ ਨੇ। ਤਾਂ ਅਜਿਹੀ ਸ਼ਿਕਾਇਤ ਜਿਹੜੀ ਅਰਵਿੰਦ ਕੇਜਰੀਵਾਲ ਦੇ ਖਿਲਾਫ IT ਸੈੱਲ ਦੇ ਵਿੱਚ ਦਰਜ ਕੀਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਹੁਣ ਜਿਹੜਾ ਬੀਜੇਪੀ ਦਾ ਇਹ ਵਾਰ ਹੈਗਾ, ਇਸ ਤੋਂ ਅਰਵਿੰਦ ਕੇਜਰੀਵਾਲ ਕਿਸ ਤਰ੍ਹਾਂ ਬਚਦੇ ਨੇ, ਕਿਉਂਕਿ ਇਲਜ਼ਾਮ ਬੜੇ ਗੰਭੀਰ ਲੱਗੇ ਨੇ ਕਿ ਅਰਵਿੰਦ ਕੇਜਰੀਵਾਲ ਵੱਲੋਂ ਦੇਸ਼ ਧਰੋਹੀ ਕਿਹਾ ਗਿਆ, ਉਹ ਵੀ ਇੱਕ ਸਨਮਾਨਿਤ ਅਹੁਦੇ ਨੂੰ, ਜੋ ਕਿ ਸਰਵਉੱਚ ਅਹੁਦਾ ਦੇਸ਼ ਦਾ ਪ੍ਰਧਾਨ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜਨਤਕ ਤੌਰ ਤੇ ਦੇਸ਼ ਧਰੋਹੀ ਕਿਹਾ ਗਿਆ। ਤਾਂ ਇਲਜ਼ਾਮ ਬੜੇ ਗੰਭੀਰ ਨੇ। ਹੋ ਸਕਦਾ ਇਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੀਆਂ ਮੁਸੀਬਤਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਵਧਦੀਆਂ ਨਜ਼ਰ ਆਉਂਦੀਆਂ ਨੇ। ਤਾਂ ਦੂਜੇ ਪਾਸੇ ਹੋ ਸਕਦਾ ਹੈ ਕਿ ਜੇਕਰ ਮਾਮਲਾ ਦਰਜ ਹੁੰਦਾ, ਕਿਉਂਕਿ ਮਾਮਲਾ ਦਰਜ ਤਾਂ ਹੋਏਗਾ ਹੀ, ਕਿਉਂਕਿ ਬੀਜੇਪੀ ਦਾ ਖੇਡਿਆ ਹੋਇਆ ਕਾਰਡ ਹੈ, ਤਾਂ ਇੱਥੇ ਕੋਈ ਦੋ ਰਾਏ ਨਹੀਂ ਹੈ। ਕਿਉਂਕਿ ਜਿਸ ਤਰ੍ਹਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ, ਤਾਂ ਅਰਵਿੰਦ ਕੇਜਰੀਵਾਲ ਦੇ ਉੱਤੇ ਮਾਮਲਾ ਦਰਜ ਹੋਣਾ ਤਾਂ ਤਕਰੀਬਨ ਤੈਅ ਹੋ ਚੁੱਕਾ ਹੈ। ਤਾਂ ਦੂਜੇ ਪਾਸੇ ਗੱਲ ਕਰ ਲਈਏ, ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਨੂੰ ਵੱਡੀ ਮਾਤ ਦਿੰਦੀ ਨਜ਼ਰ ਆਉਂਦੀ ਹੈ ਬੀਜੇਪੀ, ਕਿਉਂਕਿ ਅਜਿਹੀ ਸ਼ਹਿ ਮਾਤ ਕਿ ਅਰਵਿੰਦ ਕੇਜਰੀਵਾਲ ਨੂੰ ਸਲਾਖਾਂ ਦੇ ਪਿੱਛੇ ਵੀ ਜਾਣਾ ਪੈ ਸਕਦਾ ਹੈ। ਤਾਂ ਦੇਖਦੇ ਹਾਂ ਕਿ ਇਹ ਸ਼ਿਕਾਇਤ ਦੇ ਉੱਤੇ ਕਿਹੋ ਜਿਹੀ ਕਾਰਵਾਈ ਹੁੰਦੀ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਹੁਣ ਗੱਲ ਕਰ ਲਈਏ ਪੰਜਾਬ ਦੀ ਇੱਕ ਹੋਰ ਵੱਡੀ ਖਬਰ ਦੀ, ਪੰਜਾਬ ਦੀ ਉਸ ਖਬਰ ਦੀ ਜਿਸ ਦੇ ਲਈ ਬੜਾ ਪ੍ਰਚਾਰ ਕੀਤਾ ਗਿਆ ਸੀ, ਖਾਸ ਕਰਕੇ ਆਮ ਆਦਮੀ ਪਾਰਟੀ ਵੱਲੋਂ। ਆਮ ਆਦਮੀ ਪਾਰਟੀ ਵੱਲੋਂ ਬਾਰ-ਬਾਰ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਸੀ। ਚੋਣਾਂ ਦੇ ਵਿੱਚ ਗੱਲਾਂ ਕਰ ਲਈਏ, ਚੋਣਾਂ ਦੇ ਵਿੱਚ ਹਰ ਚੋਣ ਜਲਸੇ ਦੇ ਵਿੱਚ ਬੇਸ਼ੱਕ ਉਹ ਅਰਵਿੰਦ ਕੇਜਰੀਵਾਲ ਹੋਣ, ਬੇਸ਼ੱਕ ਭਗਵੰਤ ਮਾਨ ਹੋਣ, ਸਾਰੇ ਇੱਕ ਹੀ ਗੱਲ ਕਰਦੇ ਨਜ਼ਰ ਆਉਂਦੇ ਸੀ ਕਿ ਪੰਜਾਬ ਦੇ ਜਿਹੜੇ ਨੇਤਾ ਹੈਗੇ ਨੇ ਇਹ ਪ੍ਰਸ਼ਾਸਨ ਦੇ ਨਾਲ ਬੜਾ ਰੁੱਖਾ ਰਵੱਈਆ ਅਪਣਾਉਂਦੇ ਨੇ, ਲੋਕਾਂ ਦੇ ਉੱਤੇ ਧੌਂਸ ਜਮਾਈ ਜਾਂਦੀ ਹੈ। ਲੇਕਿਨ ਹੁਣ ਤੁਹਾਨੂੰ ਇੱਕ ਤਸਵੀਰਾਂ ਦਿਖਾਉਂਦੇ ਆ ਔਰ ਇੱਕ ਬਿਆਨ ਸੁਣਾਉਂਦੇ ਆ। ਇਹ ਤਸਵੀਰਾਂ ਕਿਸ ਦੀਆਂ ਨੇ ਇਹ ਵੀ ਦੱਸ ਦਿੰਦੇ ਆ। ਅਮਨ ਸ਼ੇਰ ਕਲਸੀ ਜੋ ਕਿ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ, ਇੱਕ ਚਲਾਨ ਨੂੰ ਲੈ ਕੇ DSP ਤੇ SHO ਦੇ ਨਾਲ ਬਹਿਸ ਕਰਦੇ ਨਜ਼ਰ ਆਏ ਨੇ। ਇੱਥੋਂ ਤੱਕ ਕਿ ਇਹ ਵੀ ਧਮਕੀ ਦਿੱਤੀ ਗਈ ਹੈ ਕਿ CM ਦੇ ਨਾਲ ਗੱਲ ਕਰਾਂਗਾ ਕਿ ਇੱਕ ਸਕੂਟਰ ਦਾ ਚਲਾਨ ਕਰ ਦਿੱਤਾ ਜਾਂਦਾ ਐਕਟਿਵਾ ਦਾ। ਉਸ ਤੋਂ ਬਾਅਦ ਭੜਕੇ ਅਮਨ ਸ਼ੇਰ ਕਲਸੀ ਪਹੁੰਚ ਜਾਂਦੇ ਨੇ ਘਟਨਾ ਵਾਲੀ ਥਾਂ ਤੇ ਔਰ SHO ਨੂੰ ਲਾ ਲੈਂਦੇ ਨੇ ਫੋਨ। ਤਾਂ ਪਹਿਲਾਂ ਸੁਣਾਉਂਦੇ ਹਾਂ ਤੁਹਾਨੂੰ ਅਮਨ ਸ਼ੇਰ ਕਲਸੀ ਦੀ ਉਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਬਹੁਤ ਤੇਜ਼ੀ ਦੇ ਨਾਲ, ਕਿ ਕਿਸ ਤਰ੍ਹਾਂ ਦੀਆਂ ਧਮਕੀਆਂ ਉਹ ਦੇ ਰਹੇ ਨੇ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਸੁਣਾਇਆ ਜਾਵੇ ਅਮਨ ਸ਼ੇਰ ਕਲਸੀ ਕੀ ਕਹਿ ਰਹੇ ਨੇ। ਮੈਂ ਉੱਥੇ ਹੁਣ ਕੱਲ ਚੀਮਾ ਸਾਹਿਬ ਦੀ ਮੀਟਿੰਗ ਹੈ ਤੇ ਮੈਂ ਮੀਟਿੰਗ ਛੱਡ ਕੇ ਉੱਠ ਕੇ ਇੱਥੇ ਆਇਆ। ਸਾਨੂੰ ਆਉਣ ਦੀ ਲੋੜ ਪਈ, ਇਹਨੇ ਦੱਸਿਆ ਨਹੀਂ ਮੈਂ ਲਾਗੇ ਖਲੋਤਾ। ਮੈਂ ਕਿਹਾ ਮੈਂ ਸ਼ਹਿਰੀ ਹੋਣਾ ਗੱਲ ਕਰਾਂ ਤੁਹਾਡੀ। ਮੇਰੀ ਬੇਨਤੀ ਹੈ, ਮੇਰੀ ਲੋੜ ਨਹੀਂ। 2 ਮਿੰਟ ਤੁਹਾਡੇ ਥਾਣੇ ਦਾ ਨਾ ਮੁਨਸ਼ੀ ਨਹੀਂ ਸੁਣਦਾ। ਮੈਂ ਤੁਹਾਨੂੰ ਇੱਕ ਬੇਨਤੀ ਕਰਦੇ ਆ, ਮੈਂ ਆਕਾਸ਼ ਵੱਲੋਂ ਬੜੀ ਵਾਰੀ
ਕਹਿਤਾ ਤੁਹਾਡੇ ਕੋਲ ਬੰਦੇ ਆਉਂਦੇ ਆ ਨਾ ਜਦੋਂ ਨਾਮ ਲੈਂਦੇ ਆ ਨਾ ਤੇ ਤੁਸੀਂ ਉਹਨਾਂ ਨਾਲ ਜਦੋਂ ਉਹ ਕਹਿੰਦੇ ਨੇ ਨਾ ਵੀ ਸ਼ਹਿਰੀ ਦੇ ਬੰਦੇ ਆ ਜਾਂ ਸ਼ਹਿਰੀ ਦੇ ਪਾਰਟੀ ਦੇ ਬੰਦੇ ਆ ਤੁਸੀਂ ਉਹਨਾਂ ਨੂੰ ਪੁੱਛਦੇ ਤੱਕ ਨਹੀਂ। ਮੈਂ ਵੇਟ ਕਰ ਰਿਹਾ, ਮੈਂ ਇਹਦੇ ਨਾਂ ਤੇ ਪੂਰੇ ਸ਼ਹਿਰ ਦੀ ਕੰਪਲੇਂਟ ਆ ਸਾਰੇ ਪੂਰੇ ਸ਼ਹਿਰ ਦੀ। ਮੈਂ ਜੀ ਕਾਸ਼ ਦੇ ਪੂਰੇ ਸ਼ਹਿਰ ਦੀ ਇੱਕ ਐਮਐਲਏ ਨਾਲ ਗੱਲ ਕਰਦਾ ਨਹੀਂ ਫਿਰ ਕਾਰ ਸਭ ਤੋਂ ਤੁਸੀਂ ਕਰਾ ਰਹੇ ਜੇ ਮੈਂ ਇੰਨੀ ਗੱਲ ਤੇ ਆ ਗਿਆ ਨਾ ਤੇ ਫਿਰ ਤੁਸੀਂ ਫਿਰ ਕਹੋਗੇ ਵੀ ਇਹ ਬੋਲਦਾ। ਮੈਂ 45 ਮਿੰਟ ਉੱਥੇ ਟਿਕਿਆ। ਜੇ ਇੱਕ ਮੌਜੂਦਾ ਐਮਐਲਏ ਦਾ ਇਹ ਹਾਲ ਆ ਤੇ ਲੋਕਾਂ ਦੀ ਕਿੱਥੋਂ ਸੁਣਵਾਈ ਕਰਾਂਗੇ ਆਪਾਂ? ਇਹ 1 ਵਜੇ ਆ ਸਕਦੇ ਨਹੀਂ ਤੇ ਕਿੰਨੇ ਚਿਰ ਬਾਅਦ ਆਏ ਹੋ? ਕਿੰਨੇ ਫੋਨ ਕੀਤੇ ਤੁਹਾਨੂੰ? ਮੈਨੂੰ ਇਹ ਦੱਸੋ ਕਿੰਨੀਆਂ ਮਿਸ ਕਾਲਾਂ ਨੇ ਫੋਨ ਦੇ ਵਿੱਚ? ਮੇਰੇ ਕੋਲ ਹੱਲੇ ਵੀ ਰਿਕਾਰਡ ਪਿਆ। ਤੁਹਾਡਾ ਉਦੋਂ ਮੈਸੇਜ ਆ ਵੀ ਇਹ ਗੁਰਦੁਆਰਾ ਇਹ ਚੀਜ਼ਾਂ ਇਸ ਤਰ੍ਹਾਂ ਨਹੀਂ ਸਾਹਿਬ ਐਕਟ ਆਨ ਲਾ ਦਿਓ। ਐਸਐਚਓ ਸਾਹਿਬ 2 ਮਿੰਟ ਦੇਖੋ ਜੇ ਤੇ ਆਪਾਂ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਆਪਾਂ ਥੋੜਾ ਜਿਹਾ ਕਿਤੇ ਨਾ ਮੈਂ ਵੀ ਸੌਖਾ ਤੁਹਾਨੂੰ ਤੇ ਕਹਿੰਦੇ ਤੁਸੀਂ ਵੀ ਸੌਖਾ। ਅਸੀਂ ਇਹਦੇ ਚ ਵੈਲਕਮ ਕਰਦੀ ਹੈ ਵੀ ਇਹ ਖੁਦ ਤੇਰੇ ਮੰਤਰੀ ਸਾਹਿਬ ਆ ਰਹੇ, ਮੈਂ ਪਹਿਲਾਂ ਚੱਕਰ ਮਾਰ ਲਿਆ। ਇਹਦੇ ਵਿੱਚ ਮੈਂ ਕੀ ਮਾੜਾ ਕਰ ਸਕਦਾ? ਮੰਤਰੀ ਸਾਹਿਬ ਰੁਕੋ। ਮੰਤਰੀ ਸਾਹਿਬ ਅੱਛਾ ਇਹਦਾ ਮਤਲਬ ਸਵੇਰੇ ਮੰਤਰੀ ਸਾਹਿਬ ਨੇ ਆਉਣਾ ਸੀ, ਤੁਸੀਂ ਤਾਂ ਚੱਕਰ ਮਾਰਿਆ ਜੀ? ਉਹ ਤੋਂ ਪਹਿਲਾਂ ਚੱਕਰ ਨਹੀਂ, ਉਹ ਤੋਂ ਪਹਿਲਾਂ ਕੋਈ ਚੱਕਰ ਨਹੀਂ। ਇਹ ਸ਼ਹਿਰ ਵਾਲੇ ਕੋਲ ਕੋਈ ਡੀਐਸਪੀ ਨਿਕਲਦਾ, ਮੈਂ ਨਿਕਲਦਾ। ਸਾਹਿਬ ਆਪਾਂ ਜਿਆਦਾ ਕਾਇਦੇ ਕਾਨੂੰਨਾਂ ਚਾਹਾਂਗੇ ਨਾ ਉਹਦੇ ਚ ਕਿਤੇ ਨਾ ਕਿਤੇ ਪਹਿਲਾਂ ਪ੍ਰੋਬਲਮ ਇਹੋ ਹੀ ਹੈ। ਪ੍ਰੋਬਲਮ ਨਹੀਂ ਸ਼ਹਿਰ ਵਾਸੀਆਂ ਨੂੰ ਵੇਖੋ ਜਿੱਥੇ ਕੋਈ ਗਲਤ ਬੰਦਾ ਮੈਂ ਸਿਫਾਰਿਸ਼ ਕਰਦਾ ਬੇਸ਼ੱਕ ਮੈਨੂੰ ਟੋਕ ਦਿਓ, ਪਰ ਜਿੱਥੇ ਵੇਖੋ ਐਮਐਲਏ ਸਾਹਿਬ ਇਹਨਾਂ ਨੂੰ ਪੁੱਛੋ ਜੀ 3 ਮਹੀਨੇ ਪਹਿਲਾਂ ਕਿਹੜੇ ਚਲਾਨ ਲਿਆਓ, ਕਿੰਨੇ ਗੱਡੇ ਸ਼ਹਿਰ ਚ? ਜਦੋਂ ਦੀ ਆਮ ਪਾਰਟੀ ਆਈ ਉਦੋਂ ਕੋਈ ਪਹਿਲਾਂ ਕਿੰਨੇ ਗੱਡੇ? ਚਲੋ ਦੱਸੋ ਆਪਾਂ ਨੂੰ ਇਹ ਸਰ ਇਹ ਸਾਡੇ ਬੰਦੇ ਨੂੰ ਦੀ ਤੰਗ ਕਰਦੇ ਠੋਕ ਕੇ। ਅਸੀਂ ਜੀ ਐਮਐਲਏ ਸਾਹਿਬ ਇਹਨਾਂ ਮੈਂ ਕਰਦਾ ਯਾਰ ਸੀਐਮ ਸਾਹਿਬ ਨਾਲ ਮੈਂ ਇਸੇ ਵਿਸ਼ੇ ਤੇ ਮੈਂ ਕਰਦਾ। ਇਤਨਾ ਕੰਮ ਨਹੀਂ ਕਰਦਾ। ਇਤਨਾ ਨਹੀਂ ਸਹੀ ਹੈ। ਤਾਂ ਤੁਸੀਂ ਸੁਣਿਆ ਕਿ ਅਮਨ ਸ਼ਹਿਰੀ ਕਲਸੀ ਕਿਸ ਤਰ੍ਹਾਂ ਦੇ ਨਾਲ ਇੱਕ ਇੰਸਪੈਕਟਰ ਅਤੇ ਡੀਐਸਪੀ ਨੂੰ ਧਮਕਾਉਂਦੇ ਹੋਏ ਨਜ਼ਰ ਆਏ ਨੇ। ਮਾਮਲਾ ਸਿਰਫ ਇੱਕ ਐਕਟਿਵਾ ਦਾ ਚਲਾਨ ਕੀਤੇ ਜਾਣ ਦਾ ਸੀ ਔਰ ਨਾਲ ਇਹ ਵੀ ਕਹਿੰਦੇ ਆਏ ਨੇ ਕਿ ਮੈਂ ਮੁੱਖ ਮੰਤਰੀ ਦੇ ਨਾਲ ਇਸ ਗੱਲ ਨੂੰ ਲੈ ਕੇ ਗੱਲ ਕਰਾਂਗਾ। ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਗੱਲ ਕਹਿ ਕੇ ਗੁੱਸੇ ਦੇ ਵਿੱਚ ਉੱਥੋਂ ਜਾਂਦੇ ਹੋਏ ਨਜ਼ਰ ਆਉਂਦੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਆਮ ਆਦਮੀ ਨੇ ਜਿਨ੍ਹਾਂ ਵੱਲੋਂ ਇਸ ਗੱਲ ਨੂੰ ਪ੍ਰਚਾਰਿਆ ਜਾਂਦਾ ਸੀ ਕਿ ਪੁਲਿਸ ਦੇ ਉੱਤੋਂ ਜਿਹੜਾ ਰਾਜਨੀਤਿਕ ਦਬਾਅ ਹੈਗਾ ਉਹ ਖਤਮ ਕੀਤਾ ਜਾਵੇਗਾ। ਤਾਂ ਫਿਰ ਇਹਨਾਂ ਤਸਵੀਰਾਂ ਨੂੰ ਕੀ ਆਖਿਆ ਜਾਵੇ ਕਿ ਇਹ ਪੁਲਿਸ ਦੇ ਉੱਤੇ ਰਾਜਨੀਤਿਕ ਦਬਾਅ ਨਹੀਂ ਹੈ? ਕਿਸ ਤਰ੍ਹਾਂ ਦੇ ਨਾਲ ਐਸਐਚਓ ਨੂੰ ਕਿਹਾ ਜਾ ਰਿਹਾ ਕਿ ਤੈਨੂੰ ਇਹਨੇ ਫੋਨ ਕੀਤੇ ਨੇ, ਆਖਿਰ ਤੂੰ ਪਹਿਲੇ ਫੋਨ ਦੇ ਉੱਤੇ ਇੱਥੇ ਕਿਉਂ ਨਹੀਂ ਪਹੁੰਚਿਆ? ਆਖਿਰ ਕਿਹੜੇ ਕਾਰਨ ਕਰਕੇ ਤੂੰ ਇੱਥੇ ਨਹੀਂ ਪਹੁੰਚਿਆ? ਔਰ ਲੋਕਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਧੱਕਾ ਨਹੀਂ ਕਰ ਸਕਦੇ ਕਿ ਕਾਗਜ਼ ਪੂਰੇ ਨਾ ਹੋਣ ਤੇ ਪੁਲਿਸ ਚਲਾਨ ਨਹੀਂ ਕਰ ਸਕਦੀ? ਤਾਂ ਇਸ ਨੂੰ ਰਾਜਨੀਤਿਕ ਦਖਲ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ? ਤਾਂ ਬਹਰਹਾਲ ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਵੱਡੀ ਅਫਵਾਹ ਜਿਹੜੀ ਫੈਲੀ ਸੀ ਉਸ ਦੀ ਗੱਲ ਕਰ ਲੈਂਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਧਮਾਕਾ ਹੋਣ ਦੀ ਅਫਵਾਹ ਫੈਲੀ ਸੀ। ਤਾਂ ਮੋਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਵੱਲੋਂ ਇਸ ਗੱਲ ਦੇ ਉੱਤੇ ਸਫਾਈ ਦਿੱਤੀ ਗਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਕੋਈ ਇਸ ਤਰ੍ਹਾਂ ਦਾ ਜਿਹੜਾ ਧਮਾਕਾ ਨਹੀਂ ਹੋਇਆ ਹੈ ਔਰ ਨਾ ਹੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੈ, ਕਿਉਂਕਿ ਕੁਝ ਗੈਰ ਸਮਾਜਿਕ ਲੋਕ ਹੈਗੇ ਨੇ ਜਿਹੜੇ ਉਹਨਾਂ ਵੱਲੋਂ ਇਹੋ ਜਿਹੀਆਂ ਜਿਹੜੀਆਂ ਅਫਵਾਹਾਂ ਨੇ ਉਹ ਫੈਲਾਈਆਂ ਜਾ ਰਹੀਆਂ ਨੇ। ਇਹਨਾਂ ਅਫਵਾਹਾਂ ਦੇ ਉੱਤੇ ਧਿਆਨ ਨਾ ਦਿੱਤਾ ਜਾਵੇ। ਲੇਕਿਨ ਗੱਲ ਕਰ ਲਈਏ ਜਿਸ ਤਰ੍ਹਾਂ ਦੇ ਨਾਲ ਬੀਤੀ ਰਾਤ ਜਿਹੜਾ ਆਰਪੀਜੀ ਫਾਇਰ ਕੀਤਾ ਗਿਆ ਸੀ ਇੰਟੈਲੀਜੈਂਸ ਦੇ ਦਫ਼ਤਰ ਦੇ ਉੱਤੇ, ਮੁੱਖ ਦਫ਼ਤਰ ਦੇ ਉੱਤੇ, ਤਾਂ ਉਸ ਮਾਮਲੇ ਦੇ ਵਿੱਚ ਫਿਲਹਾਲ ਤੱਕ ਪੁਲਿਸ ਦੇ ਹੱਥ ਖਾਲੀ ਨਜ਼ਰ ਆ ਰਹੇ ਨੇ। ਬੇਸ਼ੱਕ ਪਿਛਲੇ ਦਿਨੀ ਜਿਹੜੇ 4 ਲੋਕ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ ਜਾ ਰਹੀ ਸੀ, ਉਹਨਾਂ ਦੇ ਕੋਲੋਂ ਆਰਡੀਐਕਸ ਦੀ ਬਰਾਮਦਗੀ ਵੀ ਗੱਲ ਕੀਤੀ ਗਈ ਸੀ ਕਿ 2.5 ਕਿਲੋ ਆਰਡੀਐਕਸ ਬਰਾਮਦ ਹੋਇਆ, ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ। ਲੇਕਿਨ ਇੱਥੇ ਸਾਰੀਆਂ ਏਜੰਸੀਆਂ ਤੇ ਪੁਲਿਸ ਪ੍ਰਸ਼ਾਸਨ ਇੱਕ ਤਰ੍ਹਾਂ ਦੇ ਨਾਲ ਫੇਲ ਨਜ਼ਰ ਆਇਆ, ਕਿਉਂਕਿ ਬੇਸ਼ੱਕ ਆਪਣੇ ਆਪ ਨੂੰ ਮੁਸਤੈਦ ਦੱਸਿਆ ਗਿਆ ਲੇਕਿਨ ਮੁਸਤੈਦੀ ਦੇ ਉੱਤੇ ਇੱਕ ਵੱਡਾ ਜਿਹੜਾ ਨਿਸ਼ਾਨਾ ਮਾਰਿਆ ਗਿਆ ਗੈਰ ਸਮਾਜਿਕ ਤੱਤਾਂ ਵੱਲੋਂ ਇਸ ਤਰ੍ਹਾਂ ਦੇ ਨਾਲ ਆਰਪੀਜੀ ਫਾਇਰ ਕਰਕੇ ਕਿ ਜਿਹੜੀਆਂ ਏਜੰਸੀਆਂ ਹੈਗੀਆਂ ਨੇ ਇਹਨਾਂ ਏਜੰਸੀਆਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਵਾਪਰ ਸਕਦੀ ਹੈ। ਤਾਂ ਦੂਜੇ ਪਾਸੇ ਇੱਕ ਹੋਰ ਖਬਰ ਵੀ ਹੈਗੀ ਹੈ ਜਿਸ ਦਾ ਰੁਖ ਕਰਦੇ ਹਾਂ। ਇੱਕ ਜਸਟਿਸ ਫॉर ਸਿੱਖ
ਜੋ ਕਿ ਗੁਰਪਤਵੰਤ ਪੰਨੂ ਵੱਲੋਂ ਜਿਹੜੀ ਚਲਾਈ ਜਾਂਦੀ ਹੈ ਉਸ ਦਾ ਇੱਕ ਆਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਉਹ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਧਮਕੀ ਦਿੰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਵੱਲੋਂ ਇਸ ਗੱਲ ਨੂੰ ਸਾਫ਼ ਕੀਤਾ ਗਿਆ ਔਰ ਇਸ਼ਾਰਾ ਦਿੱਤਾ ਗਿਆ ਕਿ ਇਹ ਜਿਹੜਾ ਸਾਰਾ ਘਟਨਾਕ੍ਰਮ ਵਾਪਰ ਰਿਹਾ ਕਿਤੇ ਨਾ ਕਿਤੇ ਇਸ ਦੇ ਪਿੱਛੇ ਗੁਰਪਤਵੰਤ ਪੰਨੂ ਦਾ ਹੀ ਹੱਥ ਹੈ, ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਧਮਾਕਾ ਮੋਹਾਲੀ ਦੇ ਵਿੱਚ ਕੀਤਾ ਗਿਆ ਇਹੀ ਧਮਾਕਾ ਸ਼ਿਮਲੇ ਦੇ ਵਿੱਚ ਵੀ ਹੋ ਸਕਦਾ ਸੀ। ਤਾਂ ਕਿਤੇ ਨਾ ਕਿਤੇ ਇਸ ਆਡੀਓ ਦੀ ਗੱਲ ਕਰ ਲਈਏ, ਬੇਸ਼ੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਆਡੀਓ ਜਿਹੜੀ ਗੁਰਪਤਵੰਤ ਪੰਨੂ ਦੀ ਹੈ ਜਾਂ ਫਿਰ ਕਿਸੇ ਹੋਰ ਦੀ, ਲੇਕਿਨ ਬੜੀ ਤੇਜ਼ੀ ਦੇ ਨਾਲ ਇਹ ਆਡੀਓ ਫੈਲ ਰਹੀ ਹੈ, ਜਿਸ ਦੇ ਵਿੱਚ ਸਾਫ਼ ਤੌਰ ਤੇ ਧਮਕਾਉਂਦੇ ਨਜ਼ਰ ਆ ਰਹੇ ਨੇ ਗੁਰਪਤਵੰਤ ਪੰਨੂ, ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਅਜਿਹਾ ਧਮਾਕਾ ਸ਼ਿਮਲਾ ਦੇ ਵਿੱਚ ਵੀ ਹੋ ਸਕਦਾ ਸੀ। ਲੇਕਿਨ ਪਹਿਲਾਂ ਵੀ ਧਮਕੀ ਦਿੱਤੀ ਗਈ ਸੀ ਕਿ ਸ਼ਿਮਲਾ ਦੇ ਵਿੱਚ ਵੀ ਜਿਹੜੇ ਖਾਲਿਸਤਾਨ ਦੇ ਝੰਡੇ ਨੇ ਉਹ ਲਗਾਏ ਜਾਣਗੇ, ਕਿਉਂਕਿ ਹਿਮਾਚਲ ਵੀ ਕਿਸੇ ਵੇਲੇ ਸਿੱਖ ਰਾਜ ਦਾ ਹਿੱਸਾ ਸੀ, ਇਸ ਲਈ ਇਸ ਦੇ ਉੱਤੇ ਵੀ ਖਾਲਿਸਤਾਨ ਦਾ ਹੱਕ ਬਣਦਾ ਹੈ। ਅਜਿਹੇ ਦਾਅਵੇ ਕੀਤੇ ਜਾ ਰਹੇ ਨੇ ਗੁਰਪਤਵੰਤ ਪੰਨੂ ਵੱਲੋਂ, ਜੋ ਕਿ ਅਕਸਰ ਹੀ ਜੂਨ ਮਹੀਨੇ ਦੇ ਨੇੜੇ ਤੇੜੇ ਆ ਕੇ ਬਹੁਤ ਜ਼ਿਆਦਾ ਸਰਗਰਮ ਹੋ ਜਾਂਦਾ ਹੈ, ਕਿਉਂਕਿ ਇਸ ਵੇਲੇ ਉਸਨੇ ਲੱਖਾਂ ਡਾਲਰਾਂ ਦੀਆਂ ਜਿਹੜੀਆਂ ਡੋਨੇਸ਼ਨਾਂ ਨੇ ਉਹ ਲੈਣੀਆਂ ਹੁੰਦੀਆਂ ਨੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਉਹਨਾਂ ਲੋਕਾਂ ਤੋਂ ਜਿਹੜੇ ਸ਼ਾਇਦ ਖਾਲਿਸਤਾਨ ਦੇ ਹਮਾਇਤੀ ਨੇ। ਲੇਕਿਨ ਬਦਕਿਸਮਤੀ ਵੱਡੀ ਇੱਥੇ ਹੈ ਕਿ ਸਾਡੀ ਹਿੰਦੁਸਤਾਨ ਦੀ ਸਰਕਾਰ ਆਖਰ ਇਸ ਮਸਲੇ ਦੇ ਉੱਤੇ ਫੇਲ ਕਿਉਂ ਹੈ? ਆਖਰ ਉਹ ਕਿਹੜਾ ਕਾਨੂੰਨ ਹੈਗਾ ਜਿਸ ਦੇ ਦਾਇਰੇ ਦੇ ਵਿੱਚ ਗੁਰਪਤਵੰਤ ਪੰਨੂ ਵਰਗੇ ਲੋਕ ਨਹੀਂ ਆਉਂਦੇ? ਕਿ ਅਜਿਹਾ ਕੋਈ ਕਾਨੂੰਨ ਨਹੀਂ ਬਣਿਆ? ਕਿਉਂਕਿ ਜੇਕਰ ਅਮਰੀਕਾ ਪਾਕਿਸਤਾਨ ਦੇ ਵਿੱਚ ਜਾ ਕੇ ਲਾਦੇਨ ਨੂੰ ਮਾਰ ਸਕਦਾ ਤਾਂ ਫਿਰ ਕੀ ਇੱਕ ਉਸ ਇਨਸਾਨ ਨੂੰ, ਜੋ ਕਿ ਇੱਕ ਗੈਰ ਸਮਾਜਿਕ ਤੱਤ ਹੈਗਾ, ਜੋ ਲਗਾਤਾਰ ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਵਿੱਚ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ, ਉਸ ਨੂੰ ਅਮਰੀਕਾ ਤੋਂ ਹਿੰਦੁਸਤਾਨ ਨਹੀਂ ਲਿਆਂਦਾ ਜਾ ਸਕਦਾ? ਕਿ ਉਸ ਦੇ ਲਈ ਰੈੱਡ ਕਾਰਨਰ ਨੋਟਿਸ ਨਹੀਂ ਜਾਰੀ ਹੋ ਸਕਦਾ? ਕਿ ਉਸ ਦੇ ਲਈ ਅਮਰੀਕਾ ਦੇ ਨਾਲ ਬੇਸ਼ੱਕ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੜੇ ਚੰਗੇ ਸੰਬੰਧ ਨੇ, ਲੇਕਿਨ ਕਿ ਉਸ ਦੇ ਲਈ ਅਮਰੀਕਾ ਤੋਂ ਇਹ ਮੰਗ ਨਹੀਂ ਕੀਤੀ ਜਾ ਸਕਦੀ ਕਿ ਗੁਰਪਤਵੰਤ ਪੰਨੂ ਨੂੰ ਹਿੰਦੁਸਤਾਨ ਨੂੰ ਸੌਂਪਿਆ ਜਾਵੇ, ਤਾਂ ਕਿ ਉਸ ਦੇ ਵੱਲੋਂ ਕੀਤੀਆਂ ਹੋਈਆਂ ਜਿਹੜੀਆਂ ਘਟਨਾਵਾਂ ਹੈਗੀਆਂ, ਜਿਸ ਦੇ ਵਿੱਚ ਬਹੁਤ ਸਾਰੇ ਬੇਗੁਨਾਹ ਲੋਕ ਜੋ ਕਿ ਗੁੰਮਰਾਹ ਹੋ ਗਏ ਸੀ, ਜਿਨ੍ਹਾਂ ਦੇ ਬ੍ਰੇਨ ਵਾਸ਼ ਕਰ ਦਿੱਤੇ ਗਏ ਸੀ, ਉਹ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਨੇ, ਤਾਂ ਕਿ ਉਹਨਾਂ ਨੂੰ ਵੀ ਇਨਸਾਫ ਮਿਲ ਸਕੇ। ਜਦ ਕਿ ਇਹ ਸਾਰੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਗੁਰਪਤਵੰਤ ਪੰਨੂ ਵੱਲੋਂ ਕੀਤੀਆਂ ਗਈਆਂ ਨੇ, ਉਹਨੂੰ ਲਿਆ ਕੇ ਸਲਾਖਾਂ ਦੇ ਪਿੱਛੇ ਬੰਦ ਕੀਤਾ ਜਾਵੇ। ਤਾਂ ਅਜਿਹਾ ਕਿਤੇ ਨਾ ਕਿਤੇ ਸਰਕਾਰ ਇਸ ਚੀਜ਼ ਦੇ ਵਿੱਚ ਨਾਕਾਮ ਨਜ਼ਰ ਆਉਂਦੀ ਹੈ, ਕਿਉਂਕਿ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਨੇ ਸ਼ਾਇਦ ਉਹ ਨਹੀਂ ਕੀਤੇ ਜਾ ਰਹੇ, ਜਦ ਕਿ ਸਥਾਨਕ ਰਾਜਨੀਤੀ ਦੇ ਵਿੱਚ ਹੀ ਸਿਮਟ ਕੇ ਰਹਿ ਗਈਆਂ ਨੇ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ। ਜਿਸ ਤਰ੍ਹਾਂ ਦੇ ਨਾਲ ਕੇਜਰੀਵਾਲ ਆਪਣੀਆਂ ਕੀੜਾਂ ਕੱਢਣ ਦੇ ਲਈ ਪੰਜਾਬ ਦੇ ਵਿੱਚ ਪਰਚੇ ਦਰਜ ਕਰਵਾਉਂਦੇ ਨੇ, ਕਿਉਂਕਿ ਦਿੱਲੀ ਦੀ ਪੁਲਿਸ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦੀ। ਉਸੇ ਤਰ੍ਹਾਂ ਦੇ ਨਾਲ ਹੁਣ ਬੀਜੇਪੀ ਵੱਲੋਂ ਇੱਕ ਪੱਤਾ ਖੇਡ ਦਿੱਤਾ ਗਿਆ। ਤਾਂ ਅਜਿਹੀਆਂ ਰਾਜਨੀਤੀਆਂ ਤਾਂ ਜ਼ਰੂਰ ਹੋ ਰਹੀਆਂ ਨੇ, ਲੇਕਿਨ ਜੋ ਹੋਣਾ ਚਾਹੀਦਾ ਸਾਨੂੰ ਲੱਗਦਾ ਹੈ ਕਿ ਉਹ ਨਹੀਂ ਹੋ ਰਿਹਾ, ਕਿਉਂਕਿ ਦੇਸ਼ ਦੇ ਵਿੱਚ ਲਗਾਤਾਰ ਅਸ਼ਾਂਤੀ ਫੈਲ ਰਹੀ ਹੈ। ਜੇਕਰ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਗੈਰ ਸਮਾਜਿਕ ਤੱਤਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ। ਬੇਸ਼ੱਕ ਉਹ ਹਰਿੰਦਰ ਸਿੰਘ ਰਿੰਦਾ ਹੋਵੇ, ਜੋ ਕਿ ਪਾਕਿਸਤਾਨ ਦੇ ਵਿੱਚ ਬੈਠਾ ਦੱਸਿਆ ਜਾ ਰਿਹਾ, ਬੇਸ਼ੱਕ ਉਹ ਗੁਰਪਤਵੰਤ ਸਿੰਘ ਪੰਨੂ ਹੋਵੇ ਜੋ ਕਿ ਅਮਰੀਕਾ ਦੇ ਵਿੱਚ ਬੈਠਾ ਹੋਇਆ, ਬੇਸ਼ੱਕ ਅਜਿਹੇ ਕੁਝ ਹੋਰ ਲੋਕ ਜਿਹੜੇ ਵਧਾਵਾ ਸਿੰਘ ਵਰਗੇ ਹੋਰ ਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ, ਕੀ ਉਹਨਾਂ ਦੇ ਉੱਤੇ ਹਿੰਦੁਸਤਾਨ ਦੀ ਸਰਕਾਰ ਸ਼ਿਕੰਜਾ ਨਹੀਂ ਕਰ ਸਕਦੀ? ਇਹ ਇੱਕ ਵੱਡਾ ਸਵਾਲ ਬਣਿਆ ਹੋਇਆ। ਬਹਰਹਾਲ ਪੰਜਾਬ ਦੀਆਂ ਹੋਰ ਵੱਡੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਅਸੀਂ ਸਮੇਂ-ਸਮੇਂ ਤੇ ਪੰਜਾਬ ਦੀ ਹਰ ਖਬਰ ਦਾ ਐਨਾਲਾਈਸਿਸ ਕਰਕੇ ਤੁਹਾਨੂੰ ਜ਼ਰੂਰ ਦੱਸਦੇ ਰਹਾਂਗੇ ਕਿ ਆਖਿਰ ਇਸ ਦੇ ਵਿੱਚ ਸਵਾਲ ਕਿੱਥੇ ਖੜੇ ਹੁੰਦੇ ਨੇ, ਆਖਿਰ ਸਰਕਾਰਾਂ ਕੀ ਕਰ ਰਹੀਆਂ ਨੇ, ਜਾਂ ਫਿਰ ਕਿਹੜੇ ਫਰੰਟ ਦੇ ਉੱਤੇ ਸਰਕਾਰਾਂ ਫੇਲ ਨੇ। ਇਹ ਸਾਰੀਆਂ ਗੱਲਾਂ ਤੁਹਾਡੇ ਤੱਕ ਸਮੇਂ-ਸਮੇਂ ਤੇ ਪਹੁੰਚਾਉਂਦੇ ਰਵਾਂਗੇ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਮੈਨੂੰ ਦਿਓ ਇਜਾਜ਼ਤ। ਧੰਨਵਾਦ।